ਜੋ ਸੁਖ ਨਿਤ ਪ੍ਰਕਾਸ਼ ਵਿਭੂ ਨਾਮ ਰੂਪ ਆਧਾਰ ਮਤੀ ਨਾ ਲਖੇ ਜੇ ਮਤੀ ਲਖੇ ਸੋ ਮੈਂ ਸਦ ਪਾਰ। ਇਹ ਸ਼ੁਰੂਆਤ ਦਾ ਵਿਚਾਰ ਸਾਗਰ ਦਾ ਦੋਹਾ ਹੈ, ਜਿਸ ਦੇ ਵਿੱਚ ਬ੍ਰਹਮ ਵਸਤੂ, ਜਿਸ ਨੂੰ ਸਤ ਸਤਾ, ਅਦਵੈਤ ਸਤਾ ਅਥਵਾ ਸਤਾ ਅਥਵਾ ਸਤ, ਇਹੋ ਜਿਹੇ ਇਤਿਆਦਿਕ ਹੋਰ ਨਾਵਾਂ ਨਾਲ ਪੁਕਾਰਿਆ ਜਾਂਦਾ। ਜਿਸ ਸਤਾ ਤੋਂ ਗਾਂਹ ਕੋਈ ਨਹੀਂ ਤੇ ਜਿਸ ਤੋਂ ਪਿਛਾਂ ਕੋਈ ਨਹੀਂ, ਜਿਸ ਦੇ ਵਿੱਚ ਕੋਈ ਨਹੀਂ ਤੇ ਜਿਸ ਦੇ ਬਾਹਰ ਕੋਈ ਨਹੀਂ। ਇਹ ਉਹ ਸਤਾ ਦਾ ਸਰੂਪ ਲਕਸ਼ਣ ਕੀਤਾ ਗਿਆ। ਇਹ ਸਰੂਪ ਲਕਸ਼ਣ ਹੈ ਜਿਹੜਾ ਜਿੰਨੇ ਵੀ ਭਾਰਤੀ ਦਰਸ਼ਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਸਰੂਪ ਲਕਸ਼ਣ ਕੀਤੇ ਗਏ ਆ। ਇਹ ਇੱਕ ਪਰਪਾਟੀ ਹੈ, ਪਰੰਪਰਾ ਚੱਲੀ ਆ ਰਹੀ ਹੈ। ਸੂਝਵਾਨ ਪੁਰਸ਼ ਸਾਰੇ ਮੰਗਲ ਉਚਾਰਨ ਕਰਦੇ। ਇਹ ਇੱਕ ਸਰੂਪ ਲਕਸ਼ਣ ਤੇ ਵਿਸ਼ੇਸ਼ਣ ਵੀ ਹੈ। ਔਰ ਦੁਨੀਆ ਤੇ ਕੋਈ ਅਜਿਹੀ ਚੀਜ਼ ਨਹੀਂ ਜਿਹਦੇ ਪੰਜ ਵਿਸ਼ੇਸ਼ਣ, ਕਿਹੜੇ ਕਿ ਉਹ ਵਸਤੂ ਜੋ ਮੈਂ ਨਾ ਉਹ ਜਿਹੜੇ ਸੁੱਖ ਨਿਤ ਪ੍ਰਕਾਸ਼ ਵਿਭੂ ਅਰ ਨਾਮ ਰੂਪ ਦਾ ਆਧਾਰ। ਇੰਨੇ 'ਚ ਜਗਤ ਸਾਰਾ ਸਮਾ ਜਾਂਦਾ ਹੈ। ਇੰਨੇ 'ਚ ਜਗਤ ਮਾਲਮ ਪੜਦਾ ਹੈ। ਇੰਨੇ 'ਚੋਂ ਜਗਤ ਉਦੇ ਹੁੰਦਾ ਹੈ। ਇਸ ਤੋਂ ਇਤਰ ਜਗਤ ਦੀ ਕੋਈ ਸਤਾ ਨਹੀਂ। ਇਸ ਵਾਸਤੇ ਸਾਡੇ ਸੰਤ ਲੋਕਾਂ, ਵਿਦਵਾਨਾਂ, ਪੁਰਸ਼ਾਂ ਇਹ ਮਨੁੱਖ ਦੀ ਪਰਉਪਕਾਰ ਵਾਸਤੇ, ਪਾਰ ਉਤਾਰੇ ਵਾਸਤੇ ਉਹ ਸੱਤ ਵਰਸੋਂ ਦਾ ਪ੍ਰਦਰਸ਼ਨ ਕੀਤਾ ਹੈ। ਸੱਤ ਵਸਤੂ ਦਾ ਪ੍ਰਦਰਸ਼ਨ ਹੈ तो ताए लोग परोक्ष रूप से कोई सतनाम वाहिगुरु, कोई हरिओम, कोई राम राम, जा अल्लाह, जा खुदा, जा गॉड, ये नाना प्रकार दे नामां नाल पुकारिया। ये सारिਆਂ ਨੂੰ परोक्ष रूप से पता है भी कोई एक सता है। इस सता का अनुभव है जिहड़ा वो किसे विरले टावे नूं है। परोक्ष रूप से ज्ञान सारी दुनिया नूं है। क्यों इहनूं कहा कि जो सुख, ਇਹ ਪਹਿਲਾ ਵਿਸ਼ੇਸ਼ਣ ਤਾਂ ਸੁੱਖ, ਸੁੱਖ ਇਸ ਸਤਾ ਦਾ ਨਾਂ ਹੈ, ਸਤਾ ਦਾ ਸਰੂਪ ਹੈ। ਤੇ ਜਿਤਨੇ ਦੁਨੀਆ ਮੱਖੀ ਮੱਛਰ ਤੋਂ ਪਸ਼ੂ ਪੰਛੀ ਮਾਨਵ ਦਾਨਵ ਇਹ ਸਾਰੇ ਸੁੱਖ ਨੂੰ ਚਾਹੁੰਦੇ ਆ। तो जिहदा परोक्ष रूप से इहनूं पता है
प्रत्यक्ष रूप से, अनुभव रूप से नहीं पता। ये सता ही सुख रूप है। ਤੇ ਸਾਰੇ ਦੁਨੀਆ ਚਾਰ ਖਾਣੀ ਦੇ ਜਗਤ ਦੇ ਵਿੱਚੋਂ ਜੋ ਪ੍ਰਗਿਆਵਾਨ ਬਣੇ ਆ, ਇਹ ਸਾਰੇ ਸੁੱਖ ਨੂੰ ਚਾਹੁੰਦੇ ਆ। ਤਾਂ ਸੁੱਖ ਨੂੰ ਚਾਹਣ ਦਾ ਮਾਨ ਆ ਕਿ ਸਾਰੇ ਪਰਮਾਤਮਾ ਨੂੰ ਹੀ ਚਾਹੁੰਦੇ ਆ, ਕਿਉਂਕਿ ਸੁੱਖ ਪਰਮਾਤਮਾ ਦਾ ਸਰੂਪ ਹੈ। ਅਜਾਣੇ ਪੁਣੇ 'ਚ ਕੋਈ ਕਿਸੇ ਰੂਪ 'ਚ ਚਾਹੁੰਦਾ ਹੈ, ਜੇ ਕੋਈ ਪਦਾਰਥ ਵੀ ਚਾਹੁੰਦਾ ਹੈ ਤਾਂ ਪਦਾਰਥ ਸੁੱਖ ਵਾਸਤੇ ਹੀ ਚਾਹੁੰਦਾ ਹੈ। ਤਾਂ ਪਦਾਰਥ ਦੇ ਵਿੱਚ ਸੁੱਖ ਨਹੀਂ ਗਾ, ਸੁੱਖ ਸਤਾ 'ਚ ਹੈ। ਉਹ ਸਤਾ ਹੈ ਜਿਹੜੀ ਉਹ ਹਰ ਮੱਖੀ ਮੱਛਰ ਤੋਂ ਲੈ ਕੇ ਹਾਥੀ ਘੋੜੇ ਮਾਨਵ ਦਾਨਵ ਤਾਈਂ सारिया में एक ही सता है। इस सता को जानना और पहचानना और अनुभव करना, ये तिन्ने जेड़े विशेषण है ये सत स्वरूप दे है। जानना परोक्ष रूप से भी है, पहचानना प्रत्यक्ष रूप से है, अनुभव अपने रूप से है। अनुभव किसे विरले नूं होया, जानिया बहुत दुनिया ने है। जेकर भोग रूप च पदार्थां रूप च भी जानते है तो पदार्थां नूं सुख लई जानते है। ਤੇ ਸੁੱਖ ਪਰਮਾਤਮਾ ਦਾ ਸਰੂਪ ਹੀ ਹੈ, ਹੋਰ ਕੋਈ ਚੀਜ਼ ਸੁੱਖ ਸਰੂਪ ਨਹੀਂ। ਇਹ ਅੱਜ ਤੁਸੀਂ ਕਈ ਵਾਰੀ ਕਿਹਾ ਵੀ ਬਾਣੀ ਹੱਲ ਚਲੇ ਜਾਂਦੇ, ਵੀ ਨਰੋਲ ਵਿਦਾਂਤ ਨਹੀਂ ਸੁਣਾਉਂਦੇ। ਇਸ ਲਈ ਵਿਦਾਂਤ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਵੀ वेदांत ਕੀ ਹੈ। वेदांत मायना हैगा है कि वेद दा फल। तीन हिस्से है। एक हिस्सा वो है कि जिहड़ा विधि और निषेध, एक वो है ना विधि है ना निषेध है, वो है फल। शाम ऋग यजुर्वेद ये तिन्ने वेद है जेड़े ये बताउंदे जीव नूं कि तेरा स्वरूप है जेड़ा सत चित आनंद नित मुक्त है, और आत्मा माना अपना आप ज्ञान स्वरूप है। अथर्वन वेद है जेड़ा वो यदि पूर्णता भी बताउंदा ते सतचित अनंतता भी बताउंदा कि तू जिहड़ा अपने आप नूं जीव मन के ये देह दे अंदर वड़िया मन्ना बैठा अपने आप नूं कि तू अंदर नहीं, तू वो है कि जिहड़ा अंदर बाहर भेद से रहत है। दैने बाणे आगे पीछे ऊपर नीचे अखंड व्यापक तू ही है। तैथों इतर कोई व्यापक नहीं। अच्छा साधक ही कहंदा है भी फिर कोई कुछ हैगा है ना जिहदे विच मैं व्यापक है।
ਇਹ ਦਵੈਤ ਗਿਆਨ ਹੈ। ਬਹੁਤਿਆਂ ਨੇ ਦਵੈਤ ਗਿਆਨ ਵਿਖਾ ਕੇ ਇਹਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਉਹ ਗ੍ਰੰਥਾਂ 'ਚ ਛੋਟੇ ਛੋਟੇ ਪ੍ਰਮਾਣਾਂ ਦੇ ਦ੍ਰਿਸ਼ਟਾਂਤਾਂ ਦੇ ਰੂਪ 'ਚ ਉਹ ਕਥਨ ਕੀਤੇ ਹੈ। ਉਹ ਜਿਹੜੇ ਕਥਨ ਹੈ ਉਹ ਦ੍ਰਿਸ਼ਟਾਂਤ ਦਿੱਤੇ ਹੈ। ਇਹ ਦਾਰਸ਼ਟਾਂਤ ਹੈ ਜਿਹੜਾ ਇਹਨੂੰ ਆਪ ਨੂੰ ਢੂੰਡਣਾ ਪੈਂਦਾ। ਇਕੱਲੇ ਨੂੰ ਦਾਰਸ਼ਟਾਂਤ ਦਾ ਨਹੀਂ ਪਤਾ ਲੱਗਦਾ, ਦ੍ਰਿਸ਼ਟਾਂਤ ਤਾਂ ਇਹ ਚੇਤੇ ਕਰ ਲੈਂਦਾ। ਤਾਂ ਅਸੀਂ ਇਸ ਗੱਲ ਨੂੰ ਵੇਖਣਾ ਹੈ ਵੀ ਦ੍ਰਿਸ਼ਟਾਂਤ ਦੇ ਵਿੱਚ ਕੀ ਕੀ ਆਉਂਦਾ ਹੈ। ਕਈਆਂ ਸੰਤਾਂ ਨੇ ਸ਼ਬਦਾਂ ਰਾਹੀਂ ਦ੍ਰਿਸ਼ਟਾਂਤ ਬਤਾਏ ਹੈ, ਕਈਆਂ ਨੇ ਸ਼ਬਦਾਂ ਰਾਹੀਂ ਸਰੂਪ ਵੀ ਬਤਾਇਆ। ਸਰੂਪ ਕੀ ਬਤਾਇਆ? ਜਿਵੇਂ ਕੋਈ ਕਿਸੇ ਚੀਜ਼ ਦੀ ਖਰੀਦਦਾਰੀ ਲਈ ਉਹ ਉਹਨੂੰ ਨਮੂਨਾ ਵਿਖਾਉਂਦਾ, 2 ਦਾਣੇ ਉਹਦੀ ਹਥੇਲੀ 'ਤੇ ਰੱਖੇ, ਉਹਨੇ ਮੂੰਹ 'ਚ ਪਾਏ ਤਾਂ ਉਹਦਾ ਸਵਾਦ ਸੀ ਜਿਹੜਾ ਗ੍ਰਹਿਣ ਕਰ ਲਿਆ। ਬਾਕੀ ਮਾਲ ਬਾਹਰ ਪਿਆ ਔਰ ਜਿੰਨਾ ਚਿਰ ਉਹਨੂੰ ਗਿਆਨ ਨਹੀਂ ਉਹਦੇ 'ਚ ਰਲਾ ਵੀ ਹੋ ਸਕਦਾ। ਇਸੇ ਤਰ੍ਹਾਂ ਇਹ ਭਾਈ ਜੀ ਆਪਣੇ ਕੋਲੇ ਲਿਆਏ ਸੀਗੇ ਕਿਤਾਬ ਗੁਰੂ ਰਵਿਦਾਸ ਜੀ ਦਾ ਵੀ ਇਹਦੇ 'ਚ ਇਹ ਦ੍ਰਿਸ਼ਟਾਂਤ ਹੈ। ਦਾਰਸ਼ਟਾਂਤ ਆਪ ਨੂੰ ਲੱਭਣਾ ਪੈਣਾ ਹੈ। ਅਗਰ ਕਿਤਾਬ ਲੈ ਕੇ ਜੇਬ 'ਚ ਪਾ ਕੇ ਮਨੁੱਖ ਪ੍ਰਸੰਨ ਹੋਇਆ ਫਿਰਿਆ ਤਾਂ ਪ੍ਰਸੰਨਤਾ ਤਾਂ ਹੋਏਗਾ ਹੀ। ਕਿਉਂ? ਇਹ ਉਹਨਾਂ ਦੇ ਨਾਂ 'ਤੇ ਕਿਤਾਬ ਬੋਲਦੀ ਹੈ ਜਿਹੜੇ ਮਹਾਨ ਪੁਰਸ਼ਾਂ ਦੀ ਦੁਨੀਆ 'ਚ ਮਹਿਮਾ ਹੈ। ਤੂੰ ਜੇਬ 'ਚ ਪਾ ਕੇ ਹੀ ਪ੍ਰਸੰਨ ਹੈ ਤੇ ਜੇ ਇਹਦੇ ਦ੍ਰਿਸ਼ਟਾਂਤ ਨੂੰ ਜਾਣ ਲੈ ਔਰ ਪ੍ਰਸੰਨਤਾ ਹੋ ਜਾਏਗੀ। ਤੇ ਜੇ ਉਹਦੀ ਲਕਸ਼ਣਾ ਕਰ ਲੈ ਦਾਰਸ਼ਟਾਂਤ ਦੇ ਤਾਂ ਫਿਰ ਤਾਂ ਕਹਿਣਾ ਹੀ ਕੀ ਹੈ। ਪਰ ਜ਼ਿਆਦੇ ਲੋਕ ਦ੍ਰਿਸ਼ਟਾਂਤ ਤਾਂ ਸਮਝਦੇ ਆ ਔਰ ਦਾਰਸ਼ਟਾਂਤ ਹੈ ਜਿਹੜਾ ਉਹ ਆਪਣੇ ਆਪ ਪਤਾ ਨਹੀਂ ਲੱਗਦਾ। ਉਹ ਦਾਰਸ਼ਟਾਂਤ ਹੈ ਜਿਹੜਾ ਉਹ ਗੁਰੂਆਂ ਤੋਂ, ਗਿਆਨੀਆਂ ਤੋਂ, ਸੰਤਾਂ ਤੋਂ, ਉਹਨਾਂ ਤੋਂ ਪਤਾ ਲੱਗੂਗਾ ਜਿਹੜੇ ਨੇ ਦਾਰਸ਼ਟਾਂਤ ਨੂੰ ਅਨੁਭਵ ਕੀਤਾ। ਇੱਥੇ ਮਨੁੱਖ ਉਲਝਿਆ ਹੋਇਆ ਹੈ ਕਿ ਜੀਵਤ ਬਾਣੀ 'ਚ ਵੀ ਆਉਂਦਾ। ਫਿਰ ਤੁਸੀਂ ਕਹੋਗੇ ਉਹ ਬਾਣੀ ਵੱਲ ਚੱਲ ਗਿਆ ਤਾਂ ਮੈਂ ਉੱਧਰੋਂ ਫੇਰ ਮੁੜਦਾ। ਸੰਤਾਂ ਨੇ ਕਿਹਾ ਜੀਵਤ ਲੇਵਾ ਜੀਵਤ ਦੇਵਾ ਜੀਵਤ ਭਰੇ ਉਸਾਸਾ। ਆਖੇ ਮੋਏ ਹੋਏ ਜੋ ਮੁਕਤ ਬਤਾਵੇ ਝੂਠਾ ਦੇ ਵਿਸਵਾਸਾ। ਇਹ ਸਾਰੀ ਗੱਲਬਾਤ ਜਿਉਂਦਿਆਂ ਤਾਂ ਹੀ ਹੈ। ਜਿਉਂਦੇ ਮਨੁੱਖ ਤੇ ਮਨੁੱਖ ਨਫ਼ਰਤ ਕਰਦਾ। ਜਦੋਂ ਉਹਨੂੰ 100 ਕੁ ਸਾਲ ਹੋ ਜਾਂਦਾ ਫਿਰ ਉਹਨੂੰ ਢੂੰਡਦਾ ਹੈ। ਜਿਹੜੇ ਸਾਡੇ ਸੰਤ ਕਈ 5-5, 6-6 ਸਦੀਆਂ ਹੋ ਚੁੱਕੀਆਂ, ਅੱਜ ਉਹਨਾਂ ਨੂੰ ਢੂੰਡਦੇ ਮਾਨਾ ਉਹਨਾਂ ਦੀ ਆਤਸਾ ਜਾਗੀ ਹੈ ਉਹਨਾਂ ਪ੍ਰਤੀ। ਜਦੋਂ ਉਹਨਾਂ ਦੇ ਸਰੀਰ ਸੀ ਉਦੋਂ ਨਾਸਤੀ ਹੀ ਸੀ ਉਹਨਾਂ ਦੇ ਹਿਰਦੇ 'ਚ। ਇਸ ਕਰਕੇ ਮਨੁੱਖ ਭੁਲੇਖੇ 'ਚ ਆਪਣਾ ਜੀਵਨ ਗਵਾ ਲੈਂਦਾ ਹੈ। ਤਾਂ ਉਹਨਾਂ ਨੇ ਕਿਹਾ ਕਿ ਤੋਹੀ ਮੋਹੀ ਮੋਹੀ ਤੋਹੀ
ਅੰਤਰ ਕੈਸਾ। ਇਹ ਪ੍ਰਸ਼ਨ ਆਪਣੇ ਹਿਰਦੇ ਚੋਂ ਫੁਰਿਆ, ਅਰ ਹਿਰਦੇ ਚੋਂ ਇਹ ਉਤਰਾ ਕਿ ਕਨਕ ਕਟਕ ਜਲ ਤਰੰਗ ਜੈਸਾ। ਤਾਂ ਹੁਣ ਇੱਥੇ ਨਾਨਾ ਪ੍ਰਕਾਰ ਦਾ ਮਨੁੱਖ ਆਪਣਾ ਵਿਚਾਰ ਦੱਸਦਾ ਵੀ ਰਵਿਦਾਸ ਜੀ ਗੁਰੂ ਪਰਮਾਤਮਾ ਨੂੰ ਕਹਿੰਦੇ ਆ। ਅੱਛਾ, ਤੇ ਫਿਰ ਉਹਨਾਂ ਨੂੰ ਗਿਆਨ ਕਾਹਦਾ ਜਦੋਂ ਪਰਮਾਤਮਾ ਕੋਈ ਤਾਂ ਸੱਤਵੇਂ ਸਥਾਨ ਤੇ ਹੈ ਤੇ ਆਪ ਜ਼ਮੀਨ ਤੇ ਬੈਠੇ ਆ। ਉਹ ਗਿਆਨ ਭਰੀ ਗੱਲ ਕਰ ਰਹੇ ਆ, ਕਿਸ ਨੂੰ ਕਹਿੰਦੇ ਆ? ਤਾਂ ਫਿਰ ਸਾਰੇ ਆਖਣਗੇ ਵੀ ਇਹ ਤਾਂ ਗੱਲ ਸਭ ਨੇ ਪੱਕੀ ਕੀਤੀ, ਤੋਹੀ ਮੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ। ਇਹ ਦ੍ਰਿਸ਼ਟਾਂਤ ਨੂੰ ਫੜ ਕੇ ਬੈਠੇ ਆ। ਦਾਰਸ਼ਟਾਂਤ ਕਿਆ ਹੈ? ਕੌਣ ਕਹਿੰਦਾ? ਇਹ ਹੋਏਗਾ, ਇਹ ਗਿਆਨੀ ਪੁਰਸ਼ਾਂ ਤੋਂ ਲੱਭਣਾ ਪਏਗਾ। ਇੱਕ ਤਾਂ ਰਜਨੀਸ਼ ਨੇ ਆਖਿਆ, अरे जिन ज्ञानी की बातों करके लोगों को रिझा रहे हैं, और वो हो जे ज्ञानी पुरुष लभने पैणगे। मत कहो कि तुसी खुद पालोगे। क्यों? जदों पाई हुई चीज, वेदांत ने क्या कि कर को कंकन खोयो ऐसे भरम भयो जिहे। ज्ञान के मिलत सो मिलत कर मानिए। हथ च कंगण है ते भलेखा पै जे यार मेरा कंगण किधर गया। तो ज्ञानवान ने किसी ने आख्या यार कमीज बांह कर खता, तो उन्हें आख्या यार बांह दे विच ही सी। जिसनों ये गल कही है कि तोही मोही अंतर कैसा कनक कटक जल तरंग जैसा। तो ये तो दृष्टांत ही तुसी बहुते लोग जानते होंगे, होर भी भैन भाई बथेरे जानते होणगे। जिहड़ा दारशटांत है वो कोई विरला ही माई का लाल होएगा जिन्हों ये पता होएगा कि कौन कहंदा ते किस नूं कहंदा। कनक कटक, तो कनक महीना सोना का नाम कनक है, ते कड़ा नाम भी सोने का ही है। ये तो दृष्टांत हो गया कि जिवें सोना ते कड़ा है। कड़े नूं सोना कह दिंदे आ ते सोना ते कड़ा कोई दो चीज़ां नहीं, सोने का नाम ही कड़ा है। तो जिहड़ा दारशटांत है ਇਹਦੇ ਚੋਂ ਲੱਗਦਾ ਵੀ ਮੈਂ ਹੀ ਪਰਮਾਤਮਾ ਤੇ ਪਰਮਾਤਮਾ ਹੀ ਮੈਂ ਆ ਤੇ ਮੈਂ ਹੀ ਪਰਮਾਤਮਾ। ਇਹ ਜੱਚ ਗਿਆ। ਇਹ दारशटांत है। तो ये कोई विरले में जचेगा कि हम ब्रह्म ना जो लो जाने तब लो दीन दुख तपै माना। जल तरंग, जल पानी है, पानी का भरिया तलाओ छप्पड़ नदी समुंदर कुछ भी सो लो, इस दे विचों तरंगा उठदियां। वो तरंगा उठने से असी कहने तरंग है पर पानी है। पर
ਇਹ ਤਾਂ ਪਤਾ ਲੱਗ ਗਿਆ ਵੀ ਬਾਣੀ ਨੇ ਆਖਿਆ ਜੀ, ਗੁਰੂ ਰਵਿਦਾਸ ਕਹਿ ਗਏ ਆ, ਹੋਰ ਵੀ ਸੰਤ ਗੁਰੂ ਕਹਿੰਦੇ ਆ ਵੀ ਜਲ ਤਰੰਗਤਾ ਤੇ ਜਲ ਦਾ ਕੋਈ ਫਰਕ ਨਹੀਂ। ਇਹ ਸੰਤਾਂ ਨੇ ਕਿਹਾ ਵੀ ਜਲ ਕਹਿ ਲੋ, ਤਰੰਗ ਕਹਿ ਲੋ। ਇਹ ਕੀ ਸਮਝਾਉਣ ਵਾਸਤੇ ਹੈ? ਇਹ ਫੇਰ ਸਾਨੂੰ ਯਾਦ ਕਰਨਾ ਪਊ। ਜਲ ਤਰੰਗਤ ਕਿਹਾ ਵੀ ਤਰੰਗ ਉਹਦੇ ਹੁੰਦਾ ਹੈ ਤੇ ਇਹ ਜਲ ਹੀ ਹੈ। ਕੀ ਸਮਝਾਉਣ ਵਾਸਤੇ ਕਿਹਾ ਕਿ ਇਸੇ ਤਰ੍ਹਾਂ ਹੀ ਜਿਹੜਾ ਜੀਵ ਹੈ ਇਹ ਤਰੰਗ ਦੇ ਸਮਾਨ ਇੰਨਾ ਕੁ ਲੱਗਦਾ ਹੈ, ਪਰ ਇਹ ਪਰਮਾਤਮਾ ਹੀ ਹੈ। ਇਹ ਫੱਬ ਗਿਆ ਕਿਸੇ ਨੂੰ, ਇਹ ਜੱਚ ਗਈ ਗੱਲ, ਤਾਂ ਫਿਰ ਇਹ ਕਹਿਣਗੇ ਵੀ ਜਲ ਤੇ ਤਰੰਗ ਦੀ ਤਾਂ ਜੱਚਦੀ ਹੈ ਕਿ ਵੀ ਮੈਂ ਜੀਵ ਜਿਹੜਾ ਮੈਂ ਨੂੰ ਮੰਨੀ ਬੈਠਾ ਹੈ, ਇਹਨੂੰ ਇਹ ਫੁਰ ਗਿਆ ਕਿ ਮੈਂ ਹੀ ਪਰਮਾਤਮਾ ਹੈ। ਤਾਂ ਸੰਤਾਂ ਨੇ ਕਿਹਾ ਜੀਵ ਪਰਮਾਤਮਾ ਹੈ ਪਰਿਆਏ, ਕੀਏ ਵਿਚਾਰ ਭੇਦ ਨਾ ਪਾਏ। ਤਾਂ ਗੁਰੂਆਂ ਨੇ ਇਸ ਤੋਂ ਵੀ ਅੱਗੇ ਪਲਾਂਘ ਪੱਟੀ। ਆਖੇ ਕੀ ਕਿ ਜਿਉਂ ਜਲ ਉੱਪਰ ਫੇਨ ਬੁੱਧ ਬਦਾ, ਜਿਉਂ ਜਲ ਉੱਪਰ ਫੇਨ ਬੁੱਧ ਬਦਾ, ਤੈਸਾ ਇਹ ਸੰਸਾਰਾ। ਜਿਸ ਤੇ ਉਪਜਿਆ ਤਿਸੇ ਸਮਾਣਾ, ਚੂਕ ਗਿਆ ਪਸਾਰਾ, ਖਤਮ ਹੋ ਗਿਆ। ਤਾਂ ਇਹ ਪਤਾ ਲੱਗ ਗਿਆ। ਇਹ ਗੁਰੂਆਂ ਦਾ ਬਚਨ, ਨਾਨਕ ਜੀ ਮਹਾਰਾਜ ਦਾ ਕਿਸੇ ਵੀ ਸਰੂਪ 'ਚ, ਤੀਜਾ ਚੌਥਾ ਪੰਜਵਾਂ ਕਿਸੇ 'ਚ ਹੈ। ਇਹ ਪਤਾ ਲੱਗ ਗਿਆ ਜਿਉਂ ਜਲ ਉੱਪਰ ਫੇਨ ਬੁੱਧ ਬਦਾ, ਤੈਸਾ ਇਹ ਸੰਸਾਰਾ। ਜਿਸ ਤੇ ਉਪਜਿਆ ਤਿਸੇ ਸਮਾਣਾ, ਚੂਕ ਗਿਆ ਪਸਾਰਾ। ਉਹਨਾਂ ਦਾ ਅਨੁਭਵ ਹੈ। ਤੁਸੀਂ ਬਤਾਓ ਇਹਦਾ ਅਨੁਭਵ ਹੋਇਆ ਕਿ ਨਹੀਂ? ਕਿੰਨੇ ਵਾਰੀ ਪੜ੍ਹਿਆ ਇਹ ਤੋਕਾਂ? ਤਾਂ ਫੇਰ ਇਹ ਰਹੇਗਾ ਕੱਲਿਆਂ ਪੜ੍ਹਿਆ ਨਾਲ ਡੰਗ ਨਹੀਂ ਚੱਲਣੇ ਵਾਲਾ। ਕਿੰਨਾ ਚਿਰ ਆਧਾਰ ਦਾ ਸੌਦਾ ਲੈ ਲਾ ਖਾਈ ਜਾਓਗੇ, ਚੁਕਾਉਣਾ ਪੈਣਾ ਹਿਸਾਬ ਕਿਤਾਬ। ਕਿੰਨਾ ਚਿਰ ਆਧਾਰ ਨਾਲ ਜੀਵਨ ਬਿਤਾਓਗੇ, ਇਹਨੂੰ ਜਾਣਨਾ ਪਊਗਾ। ਇਹ ਉਹਨਾਂ ਦੇ ਮੁਖ ਦੇ ਵਾਕ ਹੈ ਜਿਨ੍ਹਾਂ ਨੇ ਜਾਣਿਆ। ਉਹਨਾਂ ਨੇ ਵੀ ਇਹ ਦ੍ਰਿਸ਼ਟਾਂਤ ਦਿੱਤਾ। ਦ੍ਰਿਸ਼ਟਾਂਤ ਤਾਂ ਅਸੀਂ ਸਮਝ ਲਿਆ, ਪਰ ਇਹ ਸੰਸਾਰ ਕੀ ਹੈ? ਇਹਦੇ ਦੋ ਨਾਂ ਕਿਉਂ ਪਏ? ਜਗਤ ਵੀ ਆਦੇ ਹੈ, ਸੰਸਾਰ ਵੀ ਆਦੇ ਹੈ। ਇਹ ਦੋ ਨਾਂ ਕਿਉਂ ਰੱਖੇ ਹੈ? ਉਤਪਤੀ ਕਿਵੇਂ ਹੁੰਦੀ ਸੰਸਾਰ ਦੀ? ਇੱਕਦਮ ਹੋਈ ਹੈ ਕਿ ਵਾਰੀ ਵਾਰੀ ਹੋਈ ਹੈ? ਥੋੜੇ ਰੂਪ ਚ ਬਤਾ ਦਿੰਦੇ ਕਿ ਮਹਾਭੂਤਾਂ ਸੇ ਜਗਤ ਹੋਇਆ। ਤੇ ਮਹਾਭੂਤ ਕ੍ਰਮਵਾਰ ਵਾਰੀ ਵਾਰੀ ਕਿਸ ਕਿਸ ਚ ਹੋਏ ਕਿ ਇਕੱਠੇ ਹੋਏ? ਔਰ ਮਹਾਭੂਤਾਂ ਦੇ ਰੂਪ ਰੇਖਾ ਕੀ ਹੈ? ਤਾਂ ਇਹ ਹੋਏਗਾ। ਗੁਰੂਆਂ ਨੇ ਵੀ ਇਹ ਗੱਲ ਕਹੀ ਹੈ ਕਿ ਭਾਈ ਰੇ ਗੱਲੀ ਗਿਆਨ ਨਾ ਹੋਏ। ਇਹ ਗੱਲਾਂ ਨਾਲ ਗਿਆਨ ਨਹੀਂ ਗਾ ਹੁੰਦਾ। ਗੱਲਾਂ ਕਰ ਲਈਆਂ ਤਾਂ ਇੱਥੋਂ ਹੈ ਸਾਨੂੰ ਕੁਛ ਬਲ ਬਣਾਉਣਾ ਪਏਗਾ, ਬੁੱਧੀ ਨਾਲ ਵਿਵੇਕ ਕਰਨਾ ਪਏਗਾ। ਤਾਂ ਉੱਥੇ ਆ ਜਾਓ ਕਿ ਵੇਦ ਦੇ ਜਿਹੜੇ ਦੋ ਭਾਗ ਹੈ, ਕੀ ਹੈ? ਕਰਮਕਾਂਡ ਤੇ ਉਪਾਸਨਾ ਤੇ ਗਿਆਨ ਕਾਂਡ। ਹੁਣ ਇਹ ਆਏਗਾ ਸ਼ਾਸਤਰ ਨੇ ਕੀ ਕਿਹਾ?
शास्त्र ने कि कर्म उपासन ते नहीं, जग निदान तम नास, अंधकार जिम गे ते नशे न बिन प्रकाश। ਮਕਾਨ ਦੇ ਵਿੱਚ ਹਨੇਰਾ ਹੈ, ਅੰਦਰ ਵੜਦੇ ਦਿਸਦਾ ਕੁਛ ਨਹੀਂ। ਬਹਿਣਾ ਪੈਣਾ ਹੈ ਕਿ ਹਨੇਰੇ ਨੂੰ ਕਿਵੇਂ ਦੂਰ ਕਰੀਏ। ਤਾਂ ਕਿਸੇ ਨੇ ਆਖਿਆ ਵੀ ਐਂ ਕਰ, ਕੋਈ ਪਾਠ ਸ਼ੁਰੂ ਕਰ। ਜਿਹੜਾ ਕੋਈ ਉਹਨੂੰ ਪਾਠ ਆਉਂਦਾ ਸੀ ਲੱਗ ਗਿਆ ਅੰਦਰ ਵੜ ਕੇ, ਪਾਠ ਉਹਦਾ ਸਮਾਪਤ ਹੋ ਗਿਆ ਤੇ ਹਨੇਰੇ ਉਵੇਂ ਹਨੇਰਾ ਬਣਿਆ ਰਿਹਾ, ਹਨੇਰਾ ਗਿਆ ਹੀ ਨਹੀਂ। ਦੂਜੇ ਨੇ ਆਖਾ ਮਾਲਾਂ ਫੇਰ, ਉਹ ਮਾਲਾਂ ਲੈ ਕੇ ਬਹਿ ਗਿਆ। ਮਾਲਾਂ ਫੇਰੀਆਂ ਤਾਂ ਮਾਲਾਂ ਨਾਲ ਵੀ ਹਨੇਰਾ ਨਹੀਂ ਗਿਆ। ਤੇ ਕਿਸੇ ਨੇ ਆਖਿਆ ਯਾਰ ਉਪਾਸਨਾ ਕਰੋ, ਕਰੋ ਗੁਰੂਆਂ ਪੀਰਾਂ ਯਾਦ, ਦੇਵੀ ਦੇਵਤਿਆਂ ਨੂੰ ਯਾਦ ਕਰੋ, ਧਿਆਨ ਉਹਨਾਂ ਦਾ, ਮੀਚੋ ਅੱਖਾਂ। ਉਹ ਸਾਰੇ ਅਡੰਬਰ ਕਰਕੇ ਬਹਿ ਗਏ ਵੀ ਯਾਰ ਅੰਧਕਾਰ ਦੂਰ ਨਹੀਂ ਹੋ ਰਿਹਾ। ਤਾਂ ਇਹ ਵਿਚਾਰ ਕਰੋ ਵੀ ਜਦੋਂ ਮਕਾਨ ਦੇ ਵਿੱਚੋਂ ਅੰਧਕਾਰ ਨਾਲ ਤੁਹਾਡੀ ਮਾਲਾਂ ਫੇਰਨ ਨਾਲ ਤੇ ਨਾ ਦੂਜਾ ਤੁਹਾਡੇ ਪਾਠ ਪੂਜਾ ਨਾਲ, ਨਾ ਕਿਸੇ ਅਡੰਬਰ ਅੱਖਾਂ ਨੀਚੇ ਧਿਆਨ ਧਰਨ ਨਾਲ, ਵੱਡੇ ਵੱਡੇ ਦੇਵੀ ਦੇਵਤਿਆਂ ਮਹਾਤਮਾ ਨੂੰ ਪੁਕਾਰੋ, ਪੁਕਾਰੋ ਸੰਤਾਂ ਨੂੰ, ਉਹ ਕਰ ਗਏ ਅੰਧਕਾਰ ਦੂਰ ਜਿਨ੍ਹਾਂ ਦਾ, ਤੁਹਾਡਾ ਉਹ ਵੀ ਨਹੀਂ ਕਰ ਸਕਦੇ। ਲੈ ਲਿਓ ਚੋਟੀ ਚੋਟੀ ਦੇ ਸੰਤਾਂ ਦੇ ਨਾਂ, ਪੜ੍ਹ ਲਿਓ ਬਾਣੀਆਂ। ਤਾਂ ਜਦੋਂ ਤੁਹਾਡੇ ਇੱਕ ਭੌਤਿਕ ਕੋਠੇ ਚੋਂ ਬਾਣੀ ਆਦਿ ਦੁਆਰਾ ਭਜਨ ਬੰਦਗੀ ਕੀਰਤਨ ਸ਼ੀਰਤਨ ਅੰਧਕਾਰ ਨੇ ਦੂਰ ਕਰ ਸਕਦੇ, ਤਾਂ ਐਸ ਕੋਠੜੀ ਦੇ ਵਿੱਚ ਜਿਹੜਾ ਅਗਿਆਨ ਦਾ ਹਨੇਰਾ ਹੈ, ਇਹਦੇ 'ਚ ਕਿਸੇ ਦੀ ਤਾਕਤ ਨਹੀਂ ਗੀ ਦੂਰ ਕਰ ਦੇਣ ਦੀ। ਇਹ ਹੌਸਲੇ ਦਿੱਤੇ ਹੈ ਮੋਏ ਹੋਏ ਜੋ ਮੁਕਤ ਬਤਾਵੇ ਝੂਠਾ ਦੇ ਵਿਸ਼ਵਾਸ। ਇਹ ਝੂਠੇ ਵਿਸ਼ਵਾਸ ਦੇ ਕੇ ਤੁਹਾਨੂੰ ਬੱਧਾ ਹੋਇਆ ਨਹੀਂ। ਤਾਂ ਕੀ ਇਹਦਾ ਇਲਾਜ ਹੈ? ਸਾਰੇ ਫੇਲ ਹੋ ਜਾਣਗੇ। ਕੋਈ ਸਿਆਣਾ ਆਇਆ, ਯਾਰ ਹਨੇਰੇ ਬੈਠੇ ਹੋ, ਮਦੇ ਯਾਰ ਪਾਠ ਵੀ ਕਰ ਹਟੇ ਹੈ, ਮਾੜਾ ਵੀ ਫੇਰ ਹਟੇ ਹੈ, ਨਾਨਾ ਪ੍ਰਕਾਰ ਦੇ ਅਨੁਸ਼ਠਾਨ ਕਰ ਲਏ, ਉਹ ਹਨੇਰਾ ਹੀ ਨਹੀਂ ਦੂਰ ਹੁੰਦਾ। ਉਹਨੇ ਆਖਿਆ ਤੀਲੀ ਸੀਗੀ, ਐਂ ਘਸਾ ਕੇ ਡੱਬੀ ਤੇ ਲਈ ਚਾਨਣ ਹੋ ਗਿਆ, ਇਹ ਲਾ ਦਿਓ ਮੋਮਬੱਤੀ। ਤੇ ਸਾਰੇ ਅੰਧਕਾਰ ਕਿਸੇ ਪਾਸੇ ਨੂੰ ਗਿਆ। ਕਾਦੇ ਨਾਲ ਗਿਆ? ਚਾਨਣ ਨਾਲ ਗਿਆ। ਹੋਰ ਅਡੰਬਰ ਨਾਲ ਨਹੀਂ ਹਨੇਰਾ ਦੂਰ ਹੋਇਆ। ਇਸੇ ਤਰ੍ਹਾਂ ਹੀ ਅਵਿਦਿਆ ਜਿਹੜੀ ਆ ਗਿਆਨ ਹੈ, ਇਹ ਕਿਸੇ ਅਡੰਬਰ ਨਾਲ ਦੂਰ ਹੋਣ ਵਾਲਾ ਨਹੀਂ ਗਾ। ਲੱਖ ਚਾਹੇ ਯਤਨ ਕਰ ਲਓ ਤਾਂ ਇਹ ਅਡੰਬਰ ਨਾਲ ਦੂਰ ਨਹੀਂ ਹੁੰਦਾ। ਤਾਂ ਕਰਕੇ ਹੇਤੂ ਮੋਕਸ਼ ਕੋ ਗਿਆਨ ਏਕ। ਇਹ ਜਿਹੜਾ ਬੰਧਨ ਹੈ ਇਹ ਅਗਿਆਨ ਦਾ ਹੈ। ਇਹ ਬੰਧਨ ਕਾਹਦੇ ਨਾਲ ਕੱਟਿਆ ਜਾਏਗਾ? ਇਹ ਗਿਆਨ ਨਾਲ ਕੱਟਿਆ ਜਾਏਗਾ। ਸੰਤਾਂ ਨੇ, ਗੁਰੂਆਂ ਨੇ ਕੀ ਕਿਹਾ? ਅਤੇ ਗਿਆਨ ਕਾਰਨ ਕਰਮ ਅਭਿਆਸ। ਜਿਹੜੇ ਕੋਈ ਕਰਮ ਅਭਿਆਸ ਕਰਦਾ ਮਨੁੱਖ, ਇੱਕ ਤਾਂ ਉਦਾਂ ਹੀ ਲੱਗੇ ਪਏ ਆ। ਇਹ ਕਿਵੇਂ ਲੱਗੇ ਪਏ? ਇੱਕ ਦਾ ਤਾਂ ਕੋਈ ਸੂਝਵਾਨ ਦਾ ਲਕਸ਼ ਹੈ, ਪਰ ਲਕਸ਼ ਵੀ ਉਹਦਾ ਪੂਰਾ ਹੋਣ ਵਾਲਾ ਨਹੀਂ ਜਦੋਂ ਵਿਧੀ ਪੂਰਵਕ ਨਹੀਂ ਗਾ। ਇੱਕ ਇਉਂ ਹੈ, ਕਿਵੇਂ?
ਕਿਸੇ ਗਲੀ ਦੇ ਵਿੱਚ ਪਿੰਡਾਂ ਦੇ ਵਿੱਚ ਹੁਣ ਜੰਗਲੀ ਜਾਨਵਰ ਕਿੱਥੇ ਹੈ। ਤੋ ਕੀ ਹੋਇਆ, ਸ਼ੇਰ ਕਿਸੇ ਨੇ ਨਹੀਂ ਵੇਖਿਆ ਸੀ, ਨਾ ਸੁਣਿਆ।